ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਮੈਂ ਹਰੁਪਿੰਦਰ ਕੌਰ। ਪੈਂਡੈਮਿਕ ਦੇ ਚਲਦਿਆਂ ਟਰੈਵਲ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਸਨ ਤੇ ਬਾਰਡਰਸ ਕਲੋਜ਼ ਕਰ ਦਿੱਤੇ ਗਏ ਸਨ, ਪਰ ਹਾਲ ਹੀ ਵਿੱਚ ਟਰੈਵਲ ਰਿਸਟ੍ਰਿਕਸ਼ਨਸ ਨੂੰ ਕੁਝ ਲੂਜ਼ਨ ਕੀਤਾ ਗਿਆ ਹੈ। ਪਰ ਲੋਕਾਂ ਦੇ ਮਨਾਂ ਵਿੱਚ ਹਜੇ ਵੀ ਸਵਾਲ ਹੈ ਕਿ ਕੌਣ ਕੈਨੇਡਾ ਆ ਸਕਦਾ ਹੈ ਤੇ ਕੌਣ ਨਹੀਂ। ਇਸ ਦੇ ਨਾਲ ਹੀ ਸਟੂਡੈਂਟਸ ਐਪਲੀਕੇਸ਼ਨਸ, ਵਰਕ ਪਰਮਿਟ, ਸਪਾਊਸਲ ਐਪਲੀਕੇਸ਼ਨਸ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਐਪਲੀਕੇਸ਼ਨਸ ਵਿੱਚ ਵੀ ਕੁਝ ਬਦਲਾਵ ਕੀਤੇ ਗਏ ਨੇ। ਇਸੇ ਸੰਬੰਧੀ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਬਲੂ ਓਸ਼ਨਸ ਇਮੀਗ੍ਰੇਸ਼ਨਸ ਤੋਂ ਰਾਜੀਵ ਰਾਮਪਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ ਰੁਪਿੰਦਰ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ ਜੀ। ਰਾਜੀਵ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਵੇਂ ਮੈਂ ਕਿਹਾ ਕਿ ਪਹਿਲਾਂ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਸਨ, ਪਰ ਬੀਤੇ ਦਿਨ ਅਨਾਉਂਸਮੈਂਟ ਹੋਈ ਕਿ ਉਹਨਾਂ ਨੂੰ ਥੋੜਾ ਲੂਜ਼ਨ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਹੈ ਕਿ ਕੌਣ ਕੈਨੇਡਾ ਆ ਸਕਦਾ ਹੈ ਕਿ ਕੌਣ ਨਹੀਂ ਆ ਸਕਦਾ, ਕਿਉਂਕਿ ਅਸੀਂ ਸੁਣਿਆ ਸੀ ਜਦੋਂ ਸਟੂਡੈਂਟਸ ਕੁਝ ਇੱਧਰ ਪਹੁੰਚੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਤੇ ਉਹਨਾਂ ਦੀ ਆਨਲਾਈਨ ਸਟੱਡੀਜ਼ ਚੱਲ ਰਹੀਆਂ ਸੀ। ਇਸ ਕਰਕੇ ਇੱਕ ਕੈਟੇਗਰੀ ਬਾਰੇ ਗੱਲ ਕਰਾਂਗੇ। ਸ਼ੁਰੂਆਤ ਕਰਦੇ ਹਾਂ ਸਟੂਡੈਂਟਸ ਤੋਂ। ਹਾਂਜੀ ਰੁਪਿੰਦਰ ਜੀ, ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਜਿਹੜੇ ਵੀ ਸਟੂਡੈਂਟਸ ਨੂੰ ਆਪਣਾ ਸਟੱਡੀ ਪਰਮਿਟ ਲਈ ਜਿਨ੍ਹਾਂ ਨੇ ਵੀ ਅਪਲਾਈ ਕੀਤਾ, ਦੇ ਹੈਵ ਡਿਵਾਈਡਡ ਅ ਪ੍ਰੋਗਰਾਮ ਇਨਟੂ 2 ਸੈਟ। ਪਹਿਲੋਂ ਉਹਨਾਂ ਨੂੰ ਆਨਲਾਈਨ ਪ੍ਰੋਗਰਾਮਸ ਜਿਹੜੇ ਨੇ ਆਪਣਾ ਸ਼ੁਰੂ ਕਰਨੇ ਪੈਂਦੇ ਐਂਡ ਦੇ ਆਰ ਅਲਾਉਡ ਟੂ ਡੂ ਦਾ ਪ੍ਰੋਗਰਾਮ 50% ਜਿਹੜਾ ਉਹ ਆਨਲਾਈਨ ਕਰਨ। ਉਸ ਤੋਂ ਬਾਅਦ 50% ਐਜ਼ ਜਿਹੜਾ ਕੋਵਿਡ-19 ਆ, ਇਹ ਥੋੜ੍ਹਾ ਜਿਹਾ ਕੰਡੀਸ਼ਨਸ ਸੁਧਾਰ ਹੁੰਦੀਆਂ ਇਹਦੇ ਤੇ ਅਤੇ ਉਹਨਾਂ ਨੂੰ ਜਿਹੜਾ ਵਾ ਉਸ ਤੋਂ ਬਾਅਦ ਇੱਥੇ ਫਿਜ਼ੀਕਲੀ ਆਉਣਾ ਅਲਾਓ ਹੋਏਗਾ। ਸੋ ਬਟ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਜਿਹੜਾ ਉਹਨਾਂ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ, ਦੇ ਵਿਲ ਬੀ ਐਲੀਜੀਬਲ। ਕੋਈ ਉਹਦੇ ਵਿੱਚ ਅੜਚਨ ਨਹੀਂ ਹੈਗੀ, ਪ੍ਰੋਵਾਈਡਡ ਉਹ ਸਕਸੈਸਫੁਲੀ ਉਹ ਕੋਰਸਿਸ ਨੂੰ ਕੰਪਲੀਟ ਕਰਦੇ ਨੇ। ਔਰ ਜਿਹੜੇ ਸਟੂਡੈਂਟਸ ਇੱਥੇ ਆਏ ਸੀ, ਜਿੱਦਾਂ ਤੁਸੀਂ ਦੱਸਿਆ, ਉਹਨਾਂ ਨੂੰ ਡਿਪੋਰਟ ਇਸ ਕਰਕੇ ਕੀਤਾ, ਦੇ ਡਿਡਨਟ ਹੈਵ ਅ ਪ੍ਰੋਪਰ ਅਰੇਂਜਮੈਂਟ ਫॉर ਕੁਆਰੰਟਾਈਨ ਐਂਡ ਕੁਝ ਜਿਹੜੇ ਸੀਗੇ ਜਿਨ੍ਹਾਂ ਦੇ ਆਨਲਾਈਨ ਪ੍ਰੋਗਰਾਮ ਅਵੇਲੇਬਲ ਸੀਗੇ, ਕਿਉਂਕਿ ਇਨ ਪਰਸਨ ਪ੍ਰੋਗਰਾਮ ਅਵੇਲੇਬਲ ਨਾ ਹੋਣ ਕਰਕੇ ਦੇ ਵਰ ਡਿਪੋਰਟਡ ਬੈਕ ਟੂ ਦੇ ਹੋਮ ਕੰਟਰੀਜ਼। ਜੀ, ਪਰ ਪਿੱਛੇ ਜੇ ਅਸੀਂ ਸੁਣਿਆ ਸੀ ਕਿ ਜੇ ਯੂਨੀਵਰਸਿਟੀਜ਼ ਇੰਸਟੀਚਿਊਟਸ ਹੈਗੇ ਆ, ਜੇ ਉਹਨਾਂ ਕੋਲ ਪ੍ਰੋਪਰ ਮੈਜਰਸ ਹੈਗੇ ਆ, ਦੈਨ ਦੇ ਵਰ ਅਲਾਉਡ ਟੂ ਸਟੇ। ਐਂਡ ਕੁਛ ਨੂੰ ਤਾਂ ਇਨਫੈਕਟ ਕੁਝ ਆਪਣਾ ਕਾਲਜਿਸ ਐਂਡ ਇੰਸਟੀਟਿਊਸ਼ਨਸ ਨੇ ਜਿਹੜਾ ਵਾ ਉਹ ਅਰੇਂਜਮੈਂਟ ਵੀ ਕੀਤਾ ਹੋਇਆ ਸੀਗਾ ਵੀ ਕਿਸੇ ਨੇ ਆਪਣਾ ਹੋਟਲਸ ਬੁੱਕ ਕਰਾਏ ਸੀਗੇ ਤਾਂ ਕਿ ਜਿਹੜੇ ਸਟੂਡੈਂਟਸ ਓਵਰਸੀਜ਼ ਤੋਂ ਆਉਂਦੇ ਨੇ ਉਹ 14 ਡੇਜ਼ ਲਈ ਕੁਆਰੰਟਾਈਨ ਹੋਣ। ਔਰ ਜਿਨ੍ਹਾਂ ਕੋਲ ਪ੍ਰੋਪਰ ਅਰੇਂਜਮੈਂਟ ਆ, they were allowed to stay in Canada। ਯਾਨੀ ਹਰ ਸਟੂਡੈਂਟ ਨੂੰ ਆਪਣੀ ਯੂਨੀਵਰਸਿਟੀ ਜਾਂ ਇੰਸਟੀਚਿਊਟ ਜਾਂ ਕਾਲਜ ਤੋਂ ਕ੍ਰਾਸ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜਾ ਵਾ ਉਹ ਬਾਅਦ ਦੇ ਵਿੱਚ ਉਹਨਾਂ ਨੂੰ ਲਈ ਕੋਈ ਸਰਪ੍ਰਾਈਜ਼ ਨਾ ਹੋਵੇ। ਜੀ, ਪਰ ਹੁਣ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਰਿਸਟ੍ਰਿਕਸ਼ਨਸ ਹੈਗੀਆਂ ਹਜੇ ਵੀ ਪੈਂਡੈਮਿਕ ਦੇ ਚਲਦਿਆਂ, ਤਾਂ ਜਿਹੜੇ ਸਟੂਡੈਂਟ ਵੀਜ਼ਾ ਨੇ ਉਹ ਕਿੰਨਾ ਕੁ ਟਾਈਮ ਲੈ ਰਹੇ ਨੇ ਪ੍ਰੋਸੈਸਿੰਗ ਵਿੱਚ? ਦੇ ਆਰ ਪ੍ਰੈਟੀ ਸਲੋ। ਜਿਹੜੇ ਕੁਝ ਈਵਨ ਇਨਸਾਈਡ ਕੈਨੇਡਾ ਵੀ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੇ ਕੋਰਸਿਸ ਚੇਂਜ ਕੀਤੇ ਜਾਂ ਕੋਈ ਆਪਣਾ ਇੰਡੀਵਿਜੂਅਲਸ ਵਿਜ਼ਟਰ ਵੀਜ਼ੇ 'ਤੇ ਇੱਥੇ ਆਏ ਹੋਏ ਨੇ, ਦੇ ਵਾਂਟ ਟੂ ਚੇਂਜ ਦੇਅਰ ਸਟੇਟਸ ਫਰੋਮ ਵਿਜ਼ਟਰ ਟੂ ਸਟੂਡੈਂਟ ਵੀਜ਼ਾ, ਉਸ ਚੀਜ਼ ਨੂੰ ਵੀ ਟਾਈਮ ਲੱਗ ਰਿਹਾ। ਦੇ ਆਰ ਟੇਕਿੰਗ ਲੌਂਗ। ਕਈ ਫਾਈਲਾਂ ਤਾਂ 3-3 ਮਹੀਨੇ ਵੀ ਪੈਂਡਿੰਗ ਚੱਲ ਰਹੀਆਂ। ਜੀ, ਫਾਈਲਾਂ ਪੈਂਡਿੰਗ ਚੱਲ ਰਹੀਆਂ, ਪਰ ਜੇ ਸਪੋਜ਼ ਕਰੀਏ ਕਿਸੇ ਨੇ ਜਨਵਰੀ ਇਨਟੇਕ ਵਿੱਚ ਆਉਣਾ ਹੈ ਤੇ ਉਹ ਜਨਵਰੀ ਇਨਟੇਕ ਤੱਕ ਜੇ ਉਹਨਾਂ ਦੀ ਫਾਈਲ ਪ੍ਰੋਸੈਸ ਨਹੀਂ ਹੁੰਦੀ ਤਾਂ ਉਹਨਾਂ ਨੂੰ ਸੈਪਟੈਂਬਰ ਤੱਕ ਵੇਟ ਕਰਨਾ ਪਵੇਗਾ। ਮੈਂ ਉਹਦੇ ਵਿੱਚ ਥੋੜ੍ਹਾ ਜਿਹਾ ਕਲੈਰੀਫਾਈ ਕਰਾਂ। ਜਿੱਦਾਂ ਹੁਣ ਪਿਛਲੇ ਮਹੀਨੇ ਸਤੰਬਰ ਇਨਟੇਕ ਦੇ ਸੀਗੇ ਜਿਨ੍ਹਾਂ ਦੀਆਂ ਫਾਈਲਾਂ ਲੱਗੀਆਂ ਹੋਈਆਂ ਸੀ, ਬਟ ਉਹਨਾਂ ਦੇ ਵੀਜ਼ੇ ਨਹੀਂ ਆਏ, ਕੋਈ ਰਿਜ਼ਲਟ ਨਹੀਂ ਆਇਆ, ਸੋ ਉਹਨਾਂ ਨੂੰ ਪ੍ਰੋਗਰਾਮ ਡੈਫਰ ਕਰਨੇ ਪੈ ਰਹੇ। ਜੀ, ਤੁਸੀਂ ਆਪਣੇ ਵੱਲੋਂ ਸਟੂਡੈਂਟਸ ਨੂੰ ਕੀ ਸਲਾਹ ਦਿਓਗੇ? ਮੈਂ ਸਟੂਡੈਂਟਸ ਨੂੰ ਇਹੋ ਹੀ ਕਹਾਂਗਾ ਵੀ ਜਿਹੜਾ ਵੀ ਉਹਨਾਂ ਦਾ ਕੰਸਲਟੈਂਟ ਜਿਹਦੇ ਵੀ ਥਰੂ ਆਪਣਾ ਅਪਲਾਈ ਕਰ ਰਹੇ ਨੇ, ਪਲੱਸ ਜਿਹੜਾ ਵੀ ਇੰਸਟੀਟਿਊਸ਼ਨ ਦੇ ਵਿੱਚ ਉਹਨਾਂ ਨੇ ਆਪਣਾ ਐਡਮਿਸ਼ਨ ਲਈ ਹੈ, ਦੇ ਸ਼ੁੱਡ ਗੈਟ ਇਨ ਟੱਚ ਵਿਦ ਦੈਮ ਸੋ ਦੈਟ ਦੇ ਹੈਵ ਅ ਪ੍ਰੋਪਰ ਇਨਫੋਰਮੇਸ਼ਨ। ਜੀ, ਦੂਜੀ ਕੈਟੇਗਰੀ ਦੀ ਗੱਲ ਕਰੀਏ, ਹਾਲ ਹੀ ਦੇ ਵਿੱਚ ਅਸੀਂ ਦੇਖਿਆ ਕਿ ਸਪਾਊਸਲ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਉਸ ਦੇ ਲਈ ਵੀ ਕੁਝ ਨਵੇਂ ਰੂਲ ਐਲਾਨੇ ਗਏ ਨੇ। ਨਵੇਂ ਰੂਲ ਆਈ ਵੁਡਨਟ ਸੇ ਕਿ ਨਵੇਂ ਰੂਲ, ਬੇਸਿਕਲੀ ਰੁਪਿੰਦਰ ਜੀ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਆ, ਉਹ ਸਪਿਰਿਟ ਬਿਹਾਈਂਡ ਦਾ ਇਮੀਗ੍ਰੇਸ਼ਨ ਇਜ਼ ਕਿ ਫੈਮਿਲੀ ਨੂੰ ਰੀਯੂਨੀਫਿਕੇਸ਼ਨ ਲਈ ਬਿਲੀਵ ਕਰਦੇ ਨੇ। ਸੋ ਜਦੋਂ ਸਪਾਊਸਲ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ, ਦੇ ਹੈਵ ਫਾਸਟ ਟਰੈਕ ਇਟ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਪ੍ਰੋਸੈਸਿੰਗ ਜਿਹੜੀ ਆਪਣਾ ਫਾਸਟ ਕੀਤੀ ਜਾਵੇ ਤਾਂ ਕਿ ਇਹ ਸਪਾਊਸਿਸ ਜਿਹੜੇ ਨੇ, ਕਿਉਂਕਿ ਕਈ ਇੱਥੇ ਆਪਣਾ ਇਕੱਲੇ ਰਹਿ ਕੇ, ਐਵਰੀ ਇੰਡੀਵਿਜੂਅਲ ਇਜ਼ ਡਿਫਰੈਂਟ,
ਇਕੱਲੇ ਰਹਿ ਕੇ ਉਹਨਾਂ ਨੂੰ ਮਤਲਬ ਲੋਨਲੀਨੈਸ ਹੋਮਲੀਨੈਸ ਵਗੈਰਾ ਫੀਲਿੰਗ ਉੱਦਾਂ ਦੀ ਆਉਂਦੀ ਹੈ, ਤਾਂ ਕਿ ਉਹ ਜਲਦੀ ਤੋਂ ਜਲਦੀ ਉਹ ਉਹਨਾਂ ਦੇ ਸਪਾਊਸਸ ਜਿਹੜੇ ਨੇ ਇਕੱਠੇ ਹੋਣ ਤੇ ਦੇ ਕੈਨ ਮੂਵ ਅਹੈਡ ਐਂਡ ਗੋ ਫਰਦਰ ਇਨ देयर ਫੈਮਿਲੀ ਲਾਈਫ। ਜੀ ਕਿੰਨਾ ਕੋ ਟਾਈਮ ਹਜੇ ਲੱਗ ਰਿਹਾ ਸਪਾਊਸਲ ਐਪਲੀਕੇਸ਼ਨ? ਨਾਰਮਲ ਜਿਹੜਾ ਟਾਈਮ ਹੈ ਜੀ 1 ਈਅਰ ਦਾ, ਬਟ 6-7 ਮਹੀਨਿਆਂ ਦੇ ਵਿੱਚ ਜਿਹੜੀ ਆ ਸਪੈਸ਼ਲੀ ਓਵਰਸੀਜ਼ ਜਿਹੜੀਆਂ ਐਪਲੀਕੇਸ਼ਨ ਨੂੰ ਉਹ ਹੋ ਰਹੀਆਂ। ਅਦਰਵਾਈਜ਼ ਜਿਹੜੀਆਂ ਇਨਸਾਈਡ ਕੈਨੇਡਾ ਐਪਲੀਕੇਸ਼ਨ ਸੀ ਉਹਨਾਂ ਦੀ ਫਾਈਲ ਨੰਬਰ ਆਉਂਦਿਆਂ ਵੀ 6-6 8-8 ਮਹੀਨੇ ਲੱਗ ਰਹੇ ਨੇ। ਜਿਹੜੇ ਲੋਕਾਂ ਨੇ ਜਿਨ੍ਹਾਂ ਨੇ ਫੈਬਰਰੀ 'ਚ ਅਪਲਾਈ ਕੀਤਾ ਉਹਨਾਂ ਨੂੰ ਸੈਪਟੰਬਰ ਦੇ ਵਿੱਚ ਕਨਫਰਮੇਸ਼ਨ ਆਈ ਹੈ, ਜਦਕਿ 2 ਮਹੀਨੇ ਤੋਂ ਵੱਧ ਟਾਈਮ ਨਹੀਂ ਸੀ ਲੱਗਦਾ। ਜੀ ਸਪਾਊਸਲ ਲਈ ਅਪਲਾਈ ਕਰਨ ਲਈ ਕੀ ਤੁਹਾਡੀ ਸਪੈਸੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਕੌਣ ਅਪਲਾਈ ਕਰ ਸਕਦਾ ਹੈ ਜਾਂ ਕੌਣ ਨਹੀਂ? ਬੇਸਿਕਲੀ ਜੈਨੂਅਨ ਰਿਲੇਸ਼ਨ ਹੋਣਾ ਚਾਹੀਦਾ, ਸਾਰਿਆਂ ਤੋਂ ਇੰਪੋਰਟੈਂਟ ਜ਼ਰੂਰੀ ਗੱਲ ਆ ਬਈ ਇਟ ਸ਼ੁਡਨਟ ਬੀ ਅ ਮੈਰਿਜ ਆਫ ਕਨਵੀਨੀਅੰਸ, ਇਟਸ ਵੈਰੀ ਇੰਪੋਰਟੈਂਟ। ਔਰ ਦੇਰ ਆਰ ਡਿਫਰੈਂਟ ਫੈਕਟਰਸ ਵਿਚ ਆਰ ਇਨਵੋਲਵਡ ਕਿ ਤੁਸੀਂ ਕਿੱਦਾਂ ਹਾਊ ਯੂ ਡਿਵੈਲਪ ਦਾ ਰਿਲੇਸ਼ਨਸ਼ਿਪ, ਹਾਊ ਯੂ ਮੈਟ, ਐਂਡ ਜੈਨੂਅਨੈਸ ਰਿਲੇਸ਼ਨਸ਼ਿਪ ਦੀ ਹੋਣੀ ਬਹੁਤ ਜ਼ਰੂਰੀ ਹੈ ਜੀ। ਜੀ ਹਾਂਜੀ ਜੀ ਅਗਲੀ ਕੈਟੇਗਰੀ ਦੀ ਗੱਲ ਕਰੀਏ ਤਾਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ। ਹਾਲ ਹੀ ਦੇ ਵਿੱਚ ਅਸੀਂ ਦੇਖਿਆ ਕਿ ਫਿਰ ਤੋਂ ਐਪਲੀਕੇਸ਼ਨ ਪ੍ਰੋਸੈਸ ਜਿਹੜਾ ਹੈਗਾ ਖੋਲ੍ਹਿਆ ਜਾ ਰਿਹਾ ਕੁਝ ਸਮੇਂ ਲਈ। ਕਿੰਨੀਆਂ ਕੁ ਐਪਲੀਕੇਸ਼ਨਸ ਲਈਆਂ ਜਾਣਗੀਆਂ? ਰੁਪਿੰਦਰ ਜੀ, ਜਿੱਦਾਂ ਤੁਸੀਂ ਹੁਣੇ ਦੱਸਿਆ ਵੀ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ, ਕਾਫੀ ਦੇਰ ਤੋਂ ਲੋਕਾਂ ਨੂੰ ਜਿਹੜੀ ਸੀ ਵੀ ਉਮੀਦ ਸੀ ਵੀ ਜਲਦੀ ਤੋਂ ਜਲਦੀ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਬੁਲਾਇਆ ਜਾਵੇ ਤਾਂ ਕਿ ਉਹ ਜਿਹੜੇ ਉਹਨਾਂ ਦੇ ਬਜ਼ੁਰਗ ਨੇ ਬੈਕ ਹੋਮ ਉਹ ਇੱਥੇ ਆ ਸਕਣ ਐਂਡ ਦੇ ਸ਼ੁੱਡ ਬੀ ਇਨ ਅ ਪੋਜੀਸ਼ਨ ਟੂ ਲੀਡ ਅ ਹੈਲਦੀ ਐਂਡ ਹੈਪੀ ਲਾਈਫ। ਨਾਰਮਲੀ ਮਾਰਚ ਅਪ੍ਰੈਲ ਦੇ ਵਿੱਚ ਸਬਮਿਟ ਹੋ ਜਾਂਦੀਆਂ, ਜਨਵਰੀ ਫੈਬਰਰੀ ਦੇ ਵਿੱਚ ਇਨਫੋਰਮੇਸ਼ਨ ਆ ਜਾਂਦੀ, ਬਟ ਬਿਕੋਜ਼ ਆਫ ਕੋਵਿਡ ਐਵਰੀਥਿੰਗ ਜਿਹੜਾ ਵਾ ਸਲੋ ਡਾਊਨ ਹੋਣ ਕਰਕੇ 3 ਅਕਤੂਬਰ ਨੂੰ ਮਿਨਿਸਟਰ ਆਫ ਇਮੀਗ੍ਰੇਸ਼ਨ ਨੇ ਆਪਣਾ ਅਨਾਉਂਸ ਕੀਤਾ ਸੀ ਕਿ ਵੀ 3 ਹਫ਼ਤਿਆਂ ਦੇ ਵਿੱਚ ਸਟਾਰਟਿੰਗ ਫਰਮ 13th of October to 3rd of November ਉਹਨਾਂ ਨੇ 10,000 ਐਪਲੀਕੇਸ਼ਨਾਂ ਲੈਣੀਆਂ। ਸੋ 3 ਅਕਤੂਬਰ ਨੂੰ 12 ਕੁ ਵਜੇ ਦੇ ਕਰੀਬ 12 PM ਤੇ ਪੋਰਟਲ ਖੁੱਲ੍ਹੇਗਾ। ਸੋ ਉਸ ਟਾਈਮ ਇੰਟਰਸਟ ਟੂ ਸਪਾਂਸਰ ਦ ਪੇਰੈਂਟਸ ਵਿਲ ਬੀ ਦੇਅਰ। ਜੀ ਜਿਵੇਂ ਤੁਸੀਂ ਪੋਰਟਲ ਦੀ ਗੱਲ ਕੀਤੀ, ਪਿਛਲੇ ਸਾਲ ਦਾ ਮੈਨੂੰ ਯਾਦ ਹੈ ਕਿ ਜਦੋਂ ਪੋਰਟਲ ਖੁੱਲਿਆ ਕੁਝ ਮਿੰਟਾਂ ਵਿੱਚ ਹੀ ਬੰਦ ਹੋ ਗਿਆ ਕਿਉਂਕਿ ਜਿੰਨੀਆਂ ਐਪਲੀਕੇਸ਼ਨਸ ਲੈਣੀਆਂ ਸੀ ਉਸ ਤੋਂ ਵੱਧ ਆ ਚੁੱਕੀਆਂ ਸੀਗੀਆਂ, ਤੇ ਹੁਣ ਤਾਂ ਸਮਾਂ ਹੀ ਇਹਨਾਂ ਦਿੱਤਾ ਜਾ ਰਿਹਾ 3 ਅਕਤੂਬਰ ਤੋਂ ਲੈ ਕੇ ਨਵੰਬਰ ਤੱਕ ਦਾ, ਤਾਂ ਹੁਣ ਕਿਵੇਂ ਦੇਖਣਗੇ? ਰੁਪਿੰਦਰ ਜੀ, ਵੈਰੀ ਇੰਟਰਸਟਿੰਗ ਕੁਐਸਚਨ। ਇਟਸ ਐਨੀਬਾਡੀਜ਼ ਗੈਸ, ਕਿਉਂਕਿ ਜੇ ਪੋਰਟਲ 12 ਵਜੇ ਖੁੱਲ੍ਹਦਾ ਸੋ ਐਵਰੀਬਾਡੀ ਵਿਲ ਬੀ ਰੈਡੀ ਟੂ ਅਪਲਾਈ। ਸੋ ਕਿਸੇ ਨੂੰ ਕੁਝ ਨਹੀਂ ਪਤਾ, ਬਟ ਦੇ ਆਰ ਸੇਇੰਗ ਕਿ ਤੁਸੀਂ 3 ਹਫ਼ਤੇ ਤੁਹਾਨੂੰ ਦੇ ਰਹੇ ਹਾਂ ਅਸੀਂ, 3 ਹਫ਼ਤਿਆਂ ਦੇ ਵਿੱਚ ਤੁਸੀਂ ਜਿਹੜਾ ਵਾ ਅਪਲਾਈ ਕਰਨਾ। ਉਹਨਾਂ ਨੇ ਬੜਾ ਕਲੀਅਰਲੀ ਲਿਖਿਆ ਵੀ ਤੁਸੀਂ ਅਪਲਾਈ ਕਰੋ, 3 ਹਫ਼ਤਿਆਂ ਬਾਅਦ ਅਸੀਂ ਜਿਹੜਾ ਡਰਾਅ ਕੱਢਾਂਗੇ। ਸੋ ਇਟ ਮੇ ਨਾਟ ਹੈਪਨ ਕਿ ਜਿਹੜਾ ਵਾ 10,000 ਐਪਲੀਕੇਸ਼ਨ ਜੇ ਅਪਲਾਈ, ਕਿਉਂਕਿ ਲੋਟ ਆਫ ਪੀਪਲ ਜਿਹੜੇ ਐਲੀਜੀਬਲ ਵੀ ਨਹੀਂ ਹੁੰਦੇ, ਦੇ ਅਪਲਾਈ, ਬਟ ਐਂਡ ਆਫ ਦਾ ਡੇ ਲੋਕਾਂ ਦੀਆਂ ਜਿਹੜੀਆਂ ਐਪਲੀਕੇਸ਼ਨ ਆਪਣਾ ਵੇਸਟ ਹੁੰਦੀਆਂ। ਸੋ ਇਸ ਤੋਂ ਇਲਾਵਾ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਜੇ 10,000 ਤੋਂ ਵੱਧ ਵੀ ਸਾਨੂੰ ਜੇ ਲੱਗਿਆ ਵੀ ਮਿਨਿਸਟਰ ਮੇ ਅਨਾਉਂਸ ਕਿ ਦੇ ਵਿਲ get more application or accept more applications। ਲੋਟਰੀ ਸਿਸਟਮ ਅਸੀਂ ਪਹਿਲਾਂ ਵੀ ਦੇਖਿਆ ਕਿ ਸਕਸੈਸਫੁਲ ਨਹੀਂ ਰਿਹਾ ਕਿਉਂਕਿ ਕਈ ਲੋਕ ਨੇ ਜੋ ਲਗਾਤਾਰ 3 ਸਾਲਾਂ ਤੋਂ ਅਪਲਾਈ ਕਰ ਰਹੇ ਨੇ, ਪਰ ਜੇ ਲੋਟਰੀ ਸਿਸਟਮ ਵਿੱਚ ਉਹਨਾਂ ਦਾ ਨੰਬਰ ਨਹੀਂ ਨਿਕਲਦਾ ਤਾਂ ਉਹ ਕੀ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਨਹੀਂ ਬੁਲਾ ਸਕਦੇ? ਦੇਰ ਇਜ਼ ਅਦਰ ਆਪਸ਼ਨਸ ਕਿ ਦੇ ਕੈਨ ਡੈਫੀਨਿਟਲੀ get their parents in, because normally ਜਿਹੜਾ parental application for permanent residence in normal visitor visa ਜਾਂ especially the super visa ਤਾਂ ਉਹਦਾ 30% ਇਨਕਮ ਜ਼ਿਆਦਾ ਚਾਹੀਦੀ ਟੂ ਕੁਆਲੀਫਾਈ। ਬਟ ਜਿਹੜੇ ਪੇਰੈਂਟਸ ਨਹੀਂ ਆ ਸਕਦੇ, ਆਈ ਵੁੱਡ ਸੁਜੈਸਟ ਕਿ ਦੇ ਗੈਟ ਦੇਅਰ ਪੇਰੈਂਟਸ ਔਨ ਅ ਸੁਪਰ ਵੀਜ਼ਾ, ਜਿਹਦੇ ਵਿੱਚ ਉਹ 2 ਸਾਲ ਐਟਲੀਸਟ ਪੇਰੈਂਟਸ ਬੱਚਿਆਂ ਨਾਲ ਰਹਿ ਸਕਦੇ ਨੇ। ਸਿਰਫ ਇੱਕ ਇਹ ਆ ਵੀ ਉਹਨਾਂ ਨੂੰ ਕੁਝ ਬੈਨੀਫਿਟਸ ਜਿਹੜੇ ਨੇ ਨਹੀਂ ਮਿਲਦੇ, ਜਿਨ੍ਹਾਂ 'ਚ ਮੈਡੀਕਲ ਇਜ਼ ਵਨ ਆਫ ਦੈਮ। ਸੋ ਉਹਦੇ ਲਈ ਉਹਨਾਂ ਨੂੰ 100,000 ਦੀ ਲੋਕਲ ਸੁਪਰ ਵੀਜ਼ਾ ਇੰਸ਼ੋਰੈਂਸ ਪਰ ਉਹਦੇ ਲਈ ਇਨਕਮ ਜਿਹੜੀ ਹੈਗੀ ਹੈ ਕੁਆਲੀਫਿਕੇਸ਼ਨ ਜ਼ਿਆਦਾ ਹੈ, ਤੇ ਇਹਦੇ ਵਿੱਚ ਕੌਣ ਐਲੀਜੀਬਲ ਹੈਗਾ ਅਪਲਾਈ ਕਰਨ ਲਈ ਤੇ ਕੌਣ ਨਹੀਂ ਹੈਗਾ? ਪੇਰੈਂਟਸ ਗ੍ਰੈਂਡ ਪੇਰੈਂਟਸ। ਹਾਂਜੀ, ਪੇਰੈਂਟਸ ਗ੍ਰੈਂਡ ਪੇਰੈਂਟਸ ਲਈ ਜਿਹੜੇ ਨੇ ਐਨੀਵਨ ਹੂ ਹੈਜ਼ ਬੇਸਡ ਇਸ ਲਾਈਕੋ ਟੇਬਲ ਦੇ ਸਲੈਬਸ ਨੇ, ਉਹਦੇ ਵਿੱਚ ਜਿਹੜੀ ਰੈਗੂਲਰ ਇਨਕਮ ਆ ਸੁਪਰ ਵੀਜ਼ਾ ਲਈ ਉਸ ਤੋਂ 30% ਓਵਰ ਐਂਡ ਅਬਵ ਹੋਣੀ ਚਾਹੀਦੀ ਪਿਛਲੇ 3 ਸਾਲਾਂ ਦੀ। ਬਟ ਡਿਊ ਟੂ ਕੋਵਿਡ ਜਿਹੜਾ ਵਾ 2020 ਦੇ ਵਿੱਚ ਇਹਨਾਂ ਨੇ ਜਿਹੜੀ ਉਹ 30% ਦੀ ਆਪਣਾ ਇਨਕਮ ਦਾ ਰੇਜ਼ ਆ ਉਹ ਵੇਵ ਆਫ ਕਰਤੀ। ਇਫ ਲੈਟਸ ਸੇ ਫॉर ਆਰਗੂਮੈਂਟ ਸੇ ਕਿ ਜੇ 6 ਬੰਦਿਆਂ ਨੂੰ 62,000 ਦੀ ਇਨਕਮ ਚਾਹੀਦੀ ਹੈ ਆਪਣਾ ਸੁਪਰ ਵੀਜ਼ਾ ਲਈ, ਤਾਂ ਸੇਮ ਇਨਕਮ ਵਿਲ ਅਪਲਾਈ ਫॉर ਅ ਪੇਰੈਂਟ ਐਂਡ ਗ੍ਰੈਂਡ ਪੇਰੈਂਟਸ ਫॉर ਪਰਮਾਨੈਂਟ ਰੈਜ਼ੀਡੈਂਸ, ਜਦ ਕਿ ਨਾਰਮਲ ਸਰਕਮਸਟੈਂਸਿਸ ਉਹ ਆਲਮੋਸਟ 80,000 ਹੋ ਜਾਣੀ ਸੀਗੀ ਜੇ
80 ਤੋਂ ਵੀ ਜ਼ਿਆਦਾ ਹੋ ਜਾਣੀ ਸੀਗੀ ਜੇ ਆਪਾਂ 30% ਐਡ ਕਰ ਦਿੰਦੇ ਤੇ। ਜੀ ਹਾਂਜੀ, ਤੇ ਇਹਦੇ ਲਈ ਸਿਰਫ ਇੱਕੋ ਹੀ ਹੈ ਕਿ ਜੋ ਇਨਕਮ ਸਪੈਸੀਫਿਕੇਸ਼ਨ ਮੀਟ ਕਰਦਾ ਹੈ ਤੇ ਨਾਲ ਪਰਮਨੈਂਟ ਰੈਜ਼ੀਡੈਂਟ ਤੇ ਸਿਟੀਜ਼ਨ ਹੈਗਾ ਤਾਂ ਉਹ ਅਪਲਾਈ ਕਰ ਸਕਦਾ ਉਹ ਹੀ ਅਪਲਾਈ ਕਰ ਸਕਦਾ ਐਂਡ ਦੇ ਸ਼ੁੱਡ ਹੈਵ ਫਰਮ ਦਾ ਲਾਸਟ 3 ਈਅਰ ਦੇ ਸ਼ੁੱਡ ਹੈਵ ਮੇਨਟੇਨ ਦੈਟ ਇਨਕਮ ਐਂਡ ਜਦ ਤੱਕ ਐਪਲੀਕੇਸ਼ਨ ਪ੍ਰੋਸੈਸ ਨੇ ਤਦ ਤੱਕ ਉਹਨਾਂ ਨੂੰ ਇਨਕਮ ਮੇਨਟੇਨ ਕਰਨੀ ਜ਼ਰੂਰੀ ਹੈ। ਜੀ ਇਨਕਮ ਮੇਨਟੇਨ ਕਰਨੀ ਜ਼ਰੂਰੀ ਹੈ ਆਪਣੇ ਰੈਕੋਰਡ ਵਾਸਤੇ ਕਿ ਉਹਨਾਂ ਨੇ ਇੰਨਾ ਕਮਾਇਆ ਹੈ ਇਹਨਾਂ 3 ਸਾਲਾਂ ਦੇ ਵਿੱਚ, ਪਰ ਕਿੰਨੇ ਕੁ ਟਾਈਮ ਦਾ ਬੌਂਡ ਹੁੰਦਾ ਹੈ ਕਿ ਜਦੋਂ ਅਦਰ ਪੇਰੈਂਟਸ ਆ ਜਾਂਦੇ ਆ ਕਿਉਂਕਿ ਅਸੀਂ ਇੱਕ ਡਿਪੈਂਡੈਂਟ ਦਿਖਾ ਰਹੇ ਹਾਂ ਉਹਨਾਂ ਨੂੰ, ਤਾਂ ਕਿੰਨੇ ਟਾਈਮ ਤੱਕ ਉਹ ਦੇਣਾ ਹੁੰਦਾ? ਇਟ ਸ਼ੁੱਡ ਬੀ ਐਟ ਲੀਸਟ ਐਜ਼ ਪਰ ਦਾ ਰਿਕੁਆਇਰਮੈਂਟ 20 ਇਅਰਸ ਦੀ ਰਿਕੁਆਇਰਮੈਂਟ ਹੈ ਐਂਡ ਜਿਹਨੂੰ ਵੀ ਤੁਸੀਂ ਸਪਾਂਸਰ ਕਰਦੇ ਜਿਹੜਾ ਸਪਾਂਸਰਡ ਆਪਣਾ ਫੈਮਿਲੀ ਮੈਂਬਰ ਆ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਇਨ ਕੈਨੇਡੀਅਨ, ਜਦੋਂ ਅਸੀਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਜਾਂ ਡਿਪੈਂਡੈਂਟ ਕਿਡਸ ਨੂੰ ਜਾਂ ਡਿਪੈਂਡੈਂਟ ਚਿਲਡਰਨ ਹੋ ਫੈਮਿਲੀ ਮੈਂਬਰ ਨੂੰ ਬੁਲਾਉਂਦੇ ਹਾਂ, ਅਸੀਂ ਉਹਨਾਂ ਨੂੰ 20 ਸਾਲ ਲਈ ਆਪਣਾ ਵਚਨਬੰਧ ਕਹਿ ਲਓ ਤੁਸੀਂ ਵੀ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਦੇ ਸ਼ੁੱਡ ਵੀ ਸ਼ੁੱਡ ਟੇਕ ਕੇਅਰ ਆਫ ਆਪਣਾ ਬੋਰਡਿੰਗ ਐਂਡ ਲੌਜਿੰਗ। ਜੀ ਜੋ ਲੱਕੀ ਹੁੰਦੇ ਨੇ ਜੇ ਉਹਨਾਂ ਦਾ ਲੋਟਰੀ ਸਿਸਟਮ ਵਿੱਚ ਪਿਕ ਹੁੰਦਾ ਹੈ, ਜੇ ਉਹ ਸਪਾਂਸਰ ਕਰ ਸਕਦੇ ਆ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ, ਪਰ ਕਿੰਨੇ ਕੁ ਟਾਈਮ ਦਾ ਪ੍ਰੋਸੈਸ ਹੈਗਾ? ਪ੍ਰੋਸੈਸ ਉਸ ਤੋਂ ਬਾਅਦ ਜੀ ਜੇ ਕੋਈ ਪਿਕਅਪ ਹੁੰਦੇ ਜਿਹੜੇ ਵੀ ਜਿੰਨੀ ਵੀ ਐਪਲੀਕੇਸ਼ਨ ਆਪਣਾ ਪਿਕਅਪ ਹੁੰਦੀਆਂ ਉਹਨਾਂ ਦੇ ਲਈ ਉਸ ਤੋਂ ਬਾਅਦ 60 ਡੇਜ਼ ਨੇ ਟੂ ਕੰਪਲੀਟ ਦ ਪ੍ਰੋਪਰ ਐਪਲੀਕੇਸ਼ਨ। ਤੇ ਉਹਨਾਂ ਕਿੰਨੇ ਟਾਈਮ ਬਾਅਦ ਉਹਨਾਂ ਨੂੰ ਉਹ ਮਿਲ ਜਾਏਗਾ ਵੀਜ਼ਾ ਪੇਰੈਂਟਸ ਨੂੰ ਗ੍ਰੈਂਡ ਪੇਰੈਂਟਸ ਨੂੰ? ਉਸ ਤੋਂ ਬਾਅਦ ਐਟ ਲੀਸਟ 20 to 24 ਮੰਥਸ ਦਾ ਪ੍ਰੋਸੈਸ ਫੇਰ ਹੈਗਾ ਜੀ। ਹਾਂਜੀ ਜੀ ਕੁਝ ਹੋਰ ਵੀਜ਼ਾ ਕੈਟਾਗਰੀ ਦੀ ਵੀ ਗੱਲਬਾਤ ਤੁਹਾਡੇ ਨਾਲ ਜਾਰੀ ਰੱਖਾਂਗੇ, ਪਰ ਫਿਲਹਾਲ ਲੈਣੇ ਆ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਸਾਡੀ ਗੱਲਬਾਤ ਚੱਲ ਰਹੀ ਹੈ ਬਲੂ ਓਸ਼ਨਸ ਇਮੀਗ੍ਰੇਸ਼ਨ ਦੇ ਰਾਜੀਵ ਰਾਮਪਾਲ ਦੇ ਨਾਲ। ਰਾਜੀਵ ਜੀ, ਜਿਵੇਂ ਆਪਾਂ ਗੱਲ ਕੀਤੀ ਕਿ ਕੌਣ-ਕੌਣ ਕੁਆਲੀਫਾਈ ਕਰਦਾ ਹੈ, ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ, ਹੁਣ ਗੱਲ ਕਰਦੇ ਹਾਂ ਕਿ ਹੂ ਇਜ਼ ਨਾਟ ਐਲੀਜੀਬਲ। ਰੁਪਿੰਦਰ ਜੀ, ਮੈਂ ਦੋ ਚੀਜ਼ਾਂ ਐਡ ਕਰਨੀਆਂ ਚਾਹਾਂਗਾ। ਇੱਕ ਤਾਂ ਤੁਸੀਂ ਦੱਸਿਆ ਹੂ ਇਜ਼ ਨਾਟ ਐਲੀਜੀਬਲ ਐਂਡ ਹੂ ਇਜ਼ ਐਲੀਜੀਬਲ। ਬਰੀਫਲੀ ਦੱਸਣਾ ਚਾਹਾਂਗਾ ਵੀ ਹੂ ਇਜ਼ ਐਲੀਜੀਬਲ। ਲੈਟਸ ਸੇ ਫॉर ਆਰਗੂਮੈਂਟ ਸੇ ਕਿ ਮੈਂ ਆਪਣੇ ਇਨ-ਲॉज ਨੂੰ ਬੁਲਾਉਣਾ ਚਾਹੁੰਦਾ, ਅੰਟਿਲ ਐਂਡ ਮੈਂ ਡਾਇਰੈਕਟਲੀ ਆਈ ਐਮ ਨਾਟ ਐਲੀਜੀਬਲ ਟੂ ਅਪਲਾਈ ਫॉर ਮਾਈ ਇਨ-ਲॉज। ਆਈ ਕੈਨ ਬੀ ਅ ਕੋ-ਸਾਈਨਰ ਵਿਦ ਮਾਈ ਵਾਈਫ। ਜੀ, ਜੇ ਮੈਂ ਕਹਾਂ ਵੀ ਮੇਰੀ ਇਨਕਮ ਹੈਗੀ ਹੈ ਤੇ ਮੈਨੂੰ ਵਾਈਫ ਦੀ ਲੋੜ ਨਹੀਂ ਤੇ ਮੈਂ ਆਪਣੇ ਇਨ-ਲॉज ਨੂੰ ਬੁਲਾਉਣਾ ਚਾਹੁੰਦਾ, ਆਈ ਐਮ ਨਾਟ ਐਲੀਜੀਬਲ, ਬਟ ਆਈ ਕੈਨ ਅਪਲਾਈ ਅਗਰ ਮੈਂ ਆਪਣੀ ਵਾਈਫ ਦੇ ਨਾਲ ਕੋ-ਸਾਈਨਰ ਬਣਦਾ। ਇੱਕ ਤਾਂ ਇਹ ਹੋ ਗਿਆ ਐਲੀਜੀਬਿਲਿਟੀ ਕ੍ਰਾਈਟੇਰੀਆ। ਨਾਲ ਹੀ ਜਿਹੜਾ ਹੂ ਇਜ਼ ਨਾਟ ਐਲੀਜੀਬਲ, ਐਨੀਵਨ ਜਿਹੜਾ ਵੀ ਕੋਈ ਬੰਦਾ ਜਿਹਨੇ ਕਿਸੇ ਵੀ ਟਾਈਮ 'ਤੇ ਇਮੀਗ੍ਰੇਸ਼ਨ ਤੋਂ ਲੋਨ ਲਿਆ ਹੋਵੇ, ਉਹ ਜਾਂ ਕੋਈ ਪਰਫਾਰਮੈਂਸ ਬੌਂਡ ਬ੍ਰੇਕ ਕੀਤਾ ਹੋਵੇ ਜਾਂ ਕ੍ਰਿਮੀਨਲ ਬੈਕਗਰਾਊਂਡ ਹੋਵੇ ਜਾਂ ਬੈਂਕਰਪਸੀ ਡਿਕਲੇਅਰ ਕੀਤੀ ਹੋਵੇ ਔਰ ਡਿਸਚਾਰਜ ਨਾ ਹੋਇਆ ਹੋਵੇ, these are some of the individuals, ਜਾਂ ਕੋਈ offender ਹੋਵੇ, ਸੈਕਸੁਅਲ offender ਹੋਵੇ ਜਾਂ ਇੱਦਾਂ ਦੀਆਂ 5-7 ਕੰਡੀਸ਼ਨਾਂ ਨੇ। if they are not if they fall in that category, ਪਰਮਨੈਂਟ ਰੈਜ਼ੀਡੈਂਟ ਕੈਨੇਡੀਅਨ ਸਿਟੀਜ਼ਨ ਹੁੰਦੇ ਹੋਏ ਵੀ ਜੇ ਉਹ ਇਸ ਵਿੱਚ ਫਾਲ ਕਰਦੇ ਆ ਤਾਂ ਉਹ ਨਹੀਂ ਅਪਲਾਈ ਕਰ ਸਕਦੇ। they are not eligible। ਜੀ, ਤੇ ਡਿਪੈਂਡੈਂਟਸ ਦੀ ਗੱਲ ਕਰੀਏ ਤਾਂ ਡਿਪੈਂਡੈਂਟ ਦੇ ਗੱਲ ਕਰੀਏ ਤੇ 2017 ਅਕਤੂਬਰ ਦੇ ਵਿੱਚ ਗਵਰਨਮੈਂਟ ਨੇ ਜਿਹੜੀ ਹੈ ਡਿਪੈਂਡੈਂਟ ਚਾਈਲਡ ਦੀ ਜਿਹੜੀ ਏਜ ਹੈ ਉਹ 19 ਤੋਂ 22 ਕਰ ਦਿੱਤੀ ਸੀ, 22 ਸਾਲਾਂ ਦੀ। ਜੇ anyone who is dependent financially on the parents at the till the age of 22, they are eligible to apply under this program. ਪਰ ਕੁਝ exceptions are there ਕਿ ਜਿਹਦੇ ਵਿੱਚ even if you are over 22 you are eligible to apply। ਉਹ ਆ ਜਾਂਦੇ ਆ if anyone who is suffering from mental or physical disability and financially dependent upon the parents, ਜਿਨ੍ਹਾਂ ਨੂੰ they are eligible to apply under this program, they can be sponsored। ਜੀ, ਵਿਜ਼ਿਟਰ ਕੈਟਾਗਰੀ ਦੀ ਗੱਲ ਕਰੀਏ ਕਿਉਂਕਿ ਹੁਣ ਇੱਕ ਪੈਂਡੈਮਿਕ ਦਾ ਸਮਾਂ ਚੱਲ ਰਿਹਾ ਹੈ ਪੂਰੀ ਦੁਨੀਆ ਵਿੱਚ, no one is planning a vacation, ਤਾਂ ਫਿਰ ਅਜਿਹੇ ਵਿੱਚ ਵਿਜ਼ਿਟਰ ਵੀਜ਼ਾ ਪ੍ਰੋਸੈਸ ਹੋ ਰਹੇ ਨੇ ਕਿ ਨਹੀਂ ਹੋ ਰਹੇ? ਵਿਜ਼ਿਟਰ ਵੀਜ਼ਾ ਉਹਨਾਂ ਦੇ ਹੀ ਪ੍ਰੋਸੈਸ ਹੋ ਰਹੇ ਨੇ ਜਿੱਥੇ ਮਤਲਬ ਪੇਰੈਂਟਸ ਸਪੈਸ਼ਲੀ ਸੁਪਰ ਵੀਜ਼ਾ ਔਰ ਵਿਜ਼ਿਟਰ ਵੀਜ਼ਾ ਜਿਹੜੇ ਓਵਰਸੀਜ਼ ਉਹ ਹੋਲਡ ਦੇ ਵਿੱਚ ਹੀ ਨੇ। ਐਜ਼ ਸੱਚ ਦੇ ਆਰ ਨਾਟ ਪ੍ਰੋਸੈਸਿੰਗ ਇਟ। ਜਿਹੜੇ ਵੀ ਕਿਸੇ ਆਲਰੇਡੀ ਜਿਨ੍ਹਾਂ ਦੇ ਲੱਗੇ ਵੀ ਹੋਏ ਨੇ ਉਹਨਾਂ ਨੂੰ ਵੀ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਵੀ ਫॉर ABC ਰੀਜ਼ਨ। ਤੁਸੀਂ ਜੇ ਤੁਹਾਡੇ ਫੈਮਿਲੀ ਦੇ ਵਿੱਚ ਵੀ ਕਿਸੇ ਨੇ ਕੰਮ ਤੇ ਪੇਰੈਂਟ ਨੇ ਆਪਣਾ ਮਾਂ-ਪਿਓ ਨੇ ਕੰਮ ਤੇ ਜਾਣਾ, ਬੱਚੇ ਛੋਟੇ ਨੇ ਜਾਂ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਨਾਲ ਆ ਕੇ ਪੇਰੈਂਟਸ ਰਹਿਣ, ਉਹਨਾਂ ਨੂੰ ਅਲਾਉ ਕਰ ਰਹੇ ਨੇ। ਅਦਰ ਦੈਨ ਦੈਟ ਇਟਸ ਵੈਰੀ ਵੈਰੀ ਸਲੋ। ਯਾਨੀ ਜੇ ਤੁਹਾਡੇ ਕੋਲ ਵੀਜ਼ਾ ਵੀ ਹੈ ਤਾਂ ਐਂਟਰ ਹੋਣ ਲਈ ਤੁਹਾਡੇ ਕੋਲ ਇੱਕ ਵੈਲਿਡ ਰੀਜ਼ਨ ਹੋਣਾ ਚਾਹੀਦਾ। ਬਿਲਕੁਲ ਸਹੀ ਰੁਪਿੰਦਰ ਜੀ, ਕਿਉਂਕਿ lot of people
in India are having a visitor visa, not only in India, overseas as well. ਪਰ ਜੇ ਤੁਸੀਂ ਕਹੋ ਵੀ ਅਸੀਂ ਉੱਦਾਂ ਹੀ ਆ ਰਹੇ ਹਾਂ ਜੀ, they will not until and unless you get a permission from the specified departments. ਜੀ, ਜਿਵੇਂ ਵੱਖ-ਵੱਖ ਕੈਟਾਗਰੀਜ਼ ਦੀ ਆਪਾਂ ਗੱਲ ਕਰ ਰਹੇ ਹਾਂ, LMIA ਦੀ ਗੱਲ ਕਰੀਏ ਤਾਂ ਵਰਕ ਪਰਮਿਟ ਜਿਹੜਾ ਹੈਗਾ ਉਹਨੂੰ ਕਿੰਨਾ ਕੁ ਪ੍ਰੋਸੈਸ ਲੱਗ ਰਿਹਾ ਹੈ ਤੇ ਕੌਣ-ਕੌਣ ਉਸ ਦੇ ਲਈ ਅਪਲਾਈ ਕਰ ਸਕਦਾ ਹੈ ਤੇ ਕਿਵੇਂ ਕਰ ਸਕਦਾ ਹੈ? ਵਰਕ ਪਰਮਿਟ LMI ਨੂੰ ਤਾਂ ਜ਼ਿਆਦਾ ਟਾਈਮ ਨਹੀਂ ਲੱਗ ਰਿਹਾ, ਕਿਉਂਕਿ ਪਿਛਲੇ ਆਪਣਾ ਕੁਝ ਮਹੀਨਿਆਂ ਤੋਂ ਇਹਨਾਂ ਨੇ ਵਾਇਆ ਈਮੇਲ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਸੋ ਆਲਮੋਸਟ 3 ਵੀਕ ਦੇ ਵਿੱਚ ਇੰਟਰਵਿਊਜ਼, ਜਿਹੜੀ EMPLOYER ਦੀ ਇੰਟਰਵਿਊ ਆ ਜਾਂਦੇ ਸੀਗੇ ਤੇ ਡਿਸੀਜਨ ਆ ਜਾਂਦੇ ਸੀਗੇ। ਔਰ ਉਸ ਤੋਂ ਬਾਅਦ ਜਿਹੜਾ ਵਰਕ ਪਰਮਿਟ ਦੀ ਹੈ ਉਹ 90 ਡੇਜ਼ ਦਾ ਇਹਨਾਂ ਦਾ ਅਫੀਸ਼ੀਅਲ ਟਾਈਮ ਸੀਗਾ, ਬਟ ਡਿਊ ਟੂ ਕੋਵਿਡ ਦੈਟ ਹੈਜ਼ ਗੋਨ ਟੂ ਮੋਰ ਦੈਨ 5 ਮੰਥਸ। ਜੀ ਜੀ, ਯਾਨੀ 5 ਅਪਲਾਈ ਕਰਨ ਤੋਂ ਬਾਅਦ 5 ਮੰਥਸ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਹੈ, ਹਾਂਜੀ, ਬਟ that's a higher ਤੁਹਾਨੂੰ side, ਡਾਇਰੈਕਟ EMPLOYER ਦੇ ਨਾਲ ਕੰਟੈਕਟ ਰੱਖਣਾ ਹੁੰਦਾ ਹੈ? ਐਗਜ਼ੈਕਟਲੀ ਡਾਇਰੈਕਟ EMPLOYER ਦੇ ਨਾਲ ਕੰਟੈਕਟ ਜ਼ਰੂਰੀ ਹੁੰਦਾ ਜੀ। ਜੀ, ਇੱਕ ਓਨਰ ਆਪਰੇਟਰ ਵੀਜ਼ਾ ਅਸੀਂ ਸੁਣ ਰਹੇ ਹਾਂ ਕਿ ਪਹਿਲਾਂ ਵਰਕ ਪਰਮਿਟ ਜਿਵੇਂ ਜ਼ਿਆਦਾ ਸੁਣਦੇ ਸੀ, ਅੱਜ ਕੱਲ੍ਹ ਓਨਰ ਆਪਰੇਟਰ ਹੈ। ਓਨਰ ਆਪਰੇਟਰ ਵੀਜ਼ਾ ਹੈ ਕੀ? ਬੇਸਿਕਲੀ ਓਨਰ ਆਪਰੇਟਰ ਵੀਜ਼ਾ ਜਿਹੜਾ ਵਾ ਉਹ ਉਹਨਾਂ ਲਈ ਹੈ ਜਿਹਨਾਂ ਕੋਲ ਬੈਕ ਹੋਮ ਆਈਦਰ ਦੇ ਹੈਵ ਅ ਮੈਨੇਜਮੈਂਟ ਐਕਸਪੀਰੀਅੰਸ ਔਰ ਦੇ ਹੈਵ ਅ ਬਿਜ਼ਨਸ, ਐਂਡ ਦੇ ਸ਼ੁੱਡ ਹੈਵ ਐਟਲੀਸਟ ਬੈਚਲਰਸ ਡਿਗਰੀ, ਜਿਹਨੂੰ ਅਸੀਂ BA BSc ਮਿਨੀਮਮ ਦੈਟ ਇਜ਼ ਰਿਕੁਆਇਰਡ, ਪਲੱਸ ਉਹਨਾਂ ਦੀ ਐਲੀਜੀਬਿਲਟੀ ਦੇ ਲਈ 6 ਬੈਂਡਸ ਇਨ ਆਈਲੈਟਸ ਆਰ ਵੈਰੀ ਵੈਰੀ ਇੰਪੋਰਟੈਂਟ। ਉਸ ਤੋਂ ਬਗੈਰ ਉਹਦਾ ਕੋਈ ਫਾਇਦਾ ਨਹੀਂ। ਸੋ ਵਟ ਹੈਪਨਸ ਇਨ ਦੈਟ ਕੇਸਿਸ ਕਿ ਉਹਨਾਂ ਨੂੰ ਇੱਥੇ ਮਤਲਬ ਇੱਕ ਵਿਜ਼ਟਰ ਵੀਜ਼ੇ ਦੀ ਰਿਕੁਆਇਰਮੈਂਟ ਆ, ਪਲੱਸ ਉਹਨਾਂ ਨੂੰ ਜਿਹੜਾ ਵਾ ਬਿਜ਼ਨਸ ਬਾਏ ਕਰਨਾ ਪੈਂਦਾ, ਜਿਹੜਾ ਕਿ ਉਸ ਕੰਪਨੀ ਦੇ ਵਿੱਚ ਉਹਨਾਂ ਨੂੰ ਐਜ਼ ਅ ਸੀਨੀਅਰ ਮੈਨੇਜਰੀਅਲ ਪੋਜੀਸ਼ਨ ਦੇ ਵਿੱਚ ਸ਼ੋ ਕਰਨਾ ਪੈਂਦਾ। ਔਰ ਉਹਦੇ ਵਿੱਚ ਬਿਊਟੀ ਉਸ ਬਿਜ਼ਨਸ ਦੀ ਇਹ ਉਹਦਾ ਕੈਟੇਗਰੀ ਦੀ ਹੈ ਵੀ ਯੂ ਡੂ ਨਾਟ ਹੈਵ ਟੂ ਗੋ ਥਰੂ ਦੈਟ ਐਡਵਰਟਾਈਜ਼ਿੰਗ ਪ੍ਰੋਸੈਸ ਟੂ ਗੈਟ ਐਨ LMIA, ਜੋ ਵਰਕ ਪਰਮਿਟ ਹੁੰਦਾ। ਹਾਂਜੀ, ਜੋ ਨਾਰਮਲ ਵਰਕ ਪਰਮਿਟ, ਇਹਦੇ 'ਚ ਵੀ ਵਰਕ ਪਰਮਿਟ ਮਿਲਦਾ। ਸੋ ਵਰਕ ਪਰਮਿਟ ਦੇ ਨਾਲ ਨਾਲ ਤੈਨੂੰ PR ਵੀ ਮਿਲ ਜਾਂਦੀ ਹੈ। ਸੋ ਵਰਕ ਪਰਮਿਟ ਤਾਂ ਮਿਲ ਹੀ ਜਾਣਾ, ਬਟ ਟੂ ਕੁਆਲੀਫਾਈ ਐਜ਼ ਅ PR you need to have 6 bands. That's the requirement of expert entry, so you have to play with it. So long story short, ਪਹਿਲੋਂ ਤੁਸੀਂ ਜਦੋਂ ਐਜੂਕੇਸ਼ਨ ਅਸੈਸਮੈਂਟ ਕਰਾਉਂਦੇ ਹੋ, ਬੈਚਲਰਸ ਡਿਗਰੀ ਹੋ ਗਈ, 6 ਬੈਂਡ ਇਨ ਆਈਲੈਟਸ ਹੋ ਗਏ, then you buy a business which is conditional on getting an immigration. So you give a deposit, let's say for argument's sake ਤੁਸੀਂ 2 ਲੱਖ ਦਾ ਬਿਜ਼ਨਸ ਬਾਏ ਕੀਤਾ, $25,000 ਡਿਪੋਜ਼ਿਟ ਦਿੱਤਾ ਕਿਸੇ ਵੀ ਆਪਣਾ ਸੈਲਰ ਨੂੰ, ਤੁਹਾਡੀ ਡੀਲ ਉਦੋਂ ਹੀ ਕਲੋਜ਼ ਹੋਣੀ ਚਾਹੀਦੀ ਆ ਜਦੋਂ ਤੁਸੀਂ ਇਮੀਗ੍ਰੇਸ਼ਨ ਲੈ ਲੈਂਦੇ ਹੋ, ਐਂਡ ਯੂ ਸ਼ੁੱਡ ਬੀ ਓਨਰ ਆਫ ਦੈਟ ਬਿਜ਼ਨਸ। ਓਨਰਸ਼ਿਪ ਤੁਹਾਡੀ ਮੋਰ ਦੈਨ 51% ਹੋਣੀ ਚਾਹੀਦੀ ਉਹਦੇ ਵਿੱਚ। ਜੀ, ਪਰ ਇਹ ਪ੍ਰੋਸੈਸ ਕਿਵੇਂ ਹੁੰਦਾ ਹੈ ਕਿ ਜਦੋਂ ਕੋਈ ਫੋਰ ਐਗਜ਼ਾਮਪਲ ਇੰਡੀਆ ਤੋਂ ਜੇ ਕੋਈ ਓਨਰ ਆਪਰੇਟਰ ਲੈਣਾ ਚਾਹੁੰਦਾ ਹੈ ਤਾਂ ਉਹ ਇੱਧਰ ਆ ਕੇ ਸਾਰਾ ਪ੍ਰੋਸੈਸ ਹੋਣਾ ਹੈ, ਜਾਂ ਉੱਧਰ ਰਹਿੰਦੇ ਹੋ, ਜਾਂ ਉਹਨਾਂ ਨੂੰ ਐਜ਼ ਅ ਟੂਰਿਸਟ ਆਉਣਾ ਹੋਏਗਾ, ਸਾਰਾ ਪ੍ਰੋਸੈਸ ਕਰਨਾ ਹੋਏਗਾ? They don't have to physically come immediately. While this application is in process, normally ਇਹ ਜਿਹੜੀ LMIA ਐਪਲੀਕੇਸ਼ਨਸ ਨੇ ਇਹ 15 ਦਿਨਾਂ ਦੇ ਵਿੱਚ ਰਿਜ਼ਲਟ ਆ ਜਾਂਦਾ। ਸੋ once you have the result, ਜੇ ਨਾਲ ਤੁਸੀਂ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਹੋਇਆ ਜਾਂ ਤੁਹਾਡੇ ਕੋਲ ਹੈਗਾ, ਤੁਹਾਨੂੰ ਬਾਰਡਰ ਤੇ ਵੀ ਦੇ ਦਿੰਦੇ ਨੇ, ਔਰ ਯੂ ਅਪਲਾਈ ਫॉर ਅ PR ਪਰਮਾਨੈਂਟ ਰੈਜ਼ੀਡੈਂਸੀ ਅਲੋਂਗ ਵਿਦ ਦ ਵਰਕ ਪਰਮਿਟ। ਦੋਨੋਂ ਪੈਰਲਲ ਚੱਲਦੀਆਂ। ਜਦ ਤੱਕ ਤੁਹਾਡੀ ਐਪਲੀਕੇਸ਼ਨ ਫॉर ਪਰਮਾਨੈਂਟ ਰੈਜ਼ੀਡੈਂਸੀ ਪ੍ਰੋਸੈਸ 'ਚ ਉਸ ਟਾਈਮ ਦੇ ਵਿੱਚ ਤੁਸੀਂ ਵਰਕ ਪਰਮਿਟ ਆਪਣਾ ਅਪਲਾਈ ਕੀਤਾ, ਤਾਂ ਯੂ ਕੈਨ ਕੰਟੀਨਿਊ ਵਰਕਿੰਗ ਐਂਡ ਬਿਲਡ ਯੋਰ ਬਿਜ਼ਨਸ। ਜੀ, ਤੇ ਵਰਕ ਪਰਮਿਟ ਅਪਲਾਈ ਕਰਕੇ ਤੁਸੀਂ ਬਿਜ਼ਨਸ ਤਾਂ ਕਰ ਲਿਆ, ਪਰ ਜਿਵੇਂ ਤੁਸੀਂ ਕਿਹਾ ਕਿ ਇਹ ਕਲੋਜ਼ ਉਦੋਂ ਹੋਣਾ ਚਾਹੀਦਾ ਹੈ ਜਦੋਂ ਇਮੀਗ੍ਰੇਸ਼ਨ ਪ੍ਰੋਸੈਸ ਹੋ ਜਾਂਦੀ ਹੈ, ਤਾਂ ਕਿੰਨਾ ਕੁ ਟਾਈਮ ਪੂਰੇ ਇਸ ਪ੍ਰੋਸੈਸ 'ਚ ਲੱਗਦਾ ਹੈ? ਸੀ ਜਦ ਤੁਹਾਨੂੰ ਸਟੇਟਸ ਮਿਲ ਗਿਆ ਵਰਕ ਪਰਮਿਟ ਦਾ, PR ਦੀ ਐਪਲੀਕੇਸ਼ਨ ਲੱਗ ਗਈ, ਸੋ ਦਿਸ ਇਜ਼ ਜਸਟ ਅ ਮੈਟਰ ਆਫ ਟਾਈਮ। ਯੂ ਕੈਨ ਕਲੋਜ਼ ਦੈਟ ਬਿਜ਼ਨਸ ਵਿਦਨ 90 ਡੇਜ਼ ਔਰ 60 ਡੇਜ਼। ਉਹ ਜਿਹੜੀ ਡੀਲ ਹੈ ਬਿਜ਼ਨਸ ਡੀਲ ਤੁਸੀਂ ਕਲੋਜ਼ ਕਰ ਸਕਦੇ, ਕਿਉਂਕਿ ਪ੍ਰੋਸੈਸ ਇਜ਼ ਕੁਇਕਰ। ਹਾਂਜੀ, ਤੇ ਇਹਦੇ ਲਈ ਇਸ ਤੋਂ ਇਲਾਵਾ ਕੋਈ ਹੋਰ ਸਪੈਸੀਫਿਕੇਸ਼ਨ ਚਾਹੀਦੀ ਹੈ? ਆਈਲਟਸ ਦੇ ਬੈਂਡ ਹੋ ਗਏ, ਮੈਨੇਜਮੈਂਟ ਐਕਸਪੀਰੀਅੰਸ ਹੋ ਗਿਆ? ਹਾਂਜੀ, ਇਹਦੇ ਵਿੱਚ ਇਨਵੈਸਟਮੈਂਟ ਇਜ਼ ਅ ਮੈਂਡੇਟਰੀ ਬਿਕਾਜ਼ ਦੇयर इज नो ਸਪੈਸੀਫਾਈਡ ਅਮਾਊਂਟ ਫॉर ਇਨਵੈਸਟਮੈਂਟ। ਯੂ ਕੁਡ ਇਨਵੈਸਟ 50,000 or you may be required to invest 500,000 or more even. For example, if anybody is having an IT consultation business, a consultant, so ਉਹਨੂੰ ਤੇ ਆਪਣਾ 5 ਬੰਦੇ ਰੱਖਣੇ ਉਹਨੇ, ਤੇ ਹੀ ਜਸਟ ਨੀਡ ਅ ਆਫਿਸ ਰੂਮ ਔਰ 2-4 ਕੰਪਿਊਟਰ ਚਾਹੀਦੇ ਨੇ ਤੇ ਆਫਿਸ ਚਾਹੀਦਾ, ਐਂਡ ਇਟਸ ਨਾਟ ਐਨ ਇਨਵੈਸਟਮੈਂਟ ਆਫ ਮੋਰ ਦੈਨ 50,000। ਅਗਰ ਕੋਈ ਲਾਈਕਵਾਈਜ਼ ਕੋਈ ਗਰੋਸਰੀ ਸਟੋਰ ਵਾਲਾ ਜਾਂ ਕੋਈ ਕੱਪੜੇ ਦਾ ਕੰਮ ਕਰਦਾ ਜਾਂ ਕਨਵੀਨੀਅੰਸ ਸਟੋਰ ਫॉर ਔਰ ਫੂਡ ਇੰਡਸਟਰੀ 'ਚ ਜਾਣਾ ਚਾਹੁੰਦਾ, so they need more money to invest depending upon the business, but most important is
50.1% to be precise ownership ਉਸ ਬਿਜ਼ਨਸ ਦੇ ਵਿੱਚ ਹੋਣੀ ਜ਼ਰੂਰੀ ਹੈ। ਅਮਾਉਂਟ ਕਿੰਨਾ ਵੀ ਹੋ ਸਕਦਾ ਹੈ ਜੋ amount ਇਨਵੈਸਟਮੈਂਟ depending on what kind of a business. That's why I said there's no specified amount. ਜੀ ਜਿਵੇਂ ਆਪਾਂ ਵੱਖ-ਵੱਖ ਵੀਜ਼ਾ ਦੀ ਗੱਲ ਕਰ ਰਹੇ ਹਾਂ ਕਿਉਂਕਿ ਜਿਵੇਂ ਹੁਣ ਆਪਾਂ ਗੱਲ ਕੀਤੀ ਕਿ ਪੈਂਡੈਮਿਕ ਦੇ ਚੱਲਿਆ ਵੀਜ਼ਾ ਤਾਂ ਪ੍ਰੋਸੈਸ ਨਹੀਂ ਹੋ ਰਹੇ ਨੇ ਪਰ ਬਾਕੀ ਹੋਰ ਵੀ ਕਿਸੇ ਵੀਜ਼ਾ ਤੇ ਰੋਕ ਲਗਾਈ ਗਈ ਹੈ ਜਾਂ ਉਹ ਹੀ ਪ੍ਰੋਸੈਸ ਚੱਲ ਰਿਹਾ ਹੈ? ਰੋਕ ਨਹੀਂ ਲਗਾਈ ਗਈ, slow down is Slow there. down ਕੀਤੀ। Slow down is definitely there. ਜੀ ਨੈਨੀ ਵੀਜ਼ਾ ਦੀ ਗੱਲ ਕਰੀਏ ਤਾਂ ਨੈਨੀ ਵੀਜ਼ਾ ਵਿੱਚ ਹੁਣ ਕੀ ਕੁਝ ਨਵਾਂ ਹੈ? ਨੈਨੀ ਵੀਜ਼ਾ 'ਚ ਪਿਛਲੇ ਸਾਲ ਜੂਨ ਤੋਂ ਬਾਅਦ ਇਹਨਾਂ ਨੇ ਆਪਣਾ ਕਾਫੀ ਕੁਝ ਚੇਂਜਸ ਕੀਤੀਆਂ ਸੀ। 2750 ਦੇ ਕਰੀਬ ਇਹਨਾਂ ਨੇ ਐਨੂਅਲੀ ਐਪਲੀਕੇਸ਼ਨਸ ਲੈਣੀਆਂ ਸੀ। ਸੋ ਉਹਦੇ ਵਿੱਚ ਕੀ ਹੈ ਵੀ ਅਗਰ ਕਿਸੇ ਕੋਲ ਪੋਸਟ ਸੈਕੰਡਰੀ ਐਕਸਪੀਰੀਅੰਸ ਆਪਣਾ ਐਜੂਕੇਸ਼ਨ ਹੈਗੀ ਪਲੱਸ ਜਾਂ ਐਜੂਕੇਸ਼ਨ ਹੈਗੀ ਹੈ ਐਕਸਪੀਰੀਅੰਸ ਹੈਗਾ ਨਰਸਿੰਗ ਫੀਲਡ ਦੇ ਜਾਂ ਨੈਨੀ ਕੇਅਰ ਹੋਮ ਕੇਅਰ ਟੇਕਰ ਦਾ, ਦੋਜ਼ ਇੰਡੀਵਿਜੂਅਲਸ ਆਰ what do you call eligible to apply for permanent residency directly provided they have a sponsor. ਜੇ ਕਿਸੇ ਕੋਲ ਮਤਲਬ ਇਨਕਮ ਕ੍ਰਾਈਟੇਰੀਆ ਮੀਟ ਕਰਦੇ ਨੇ, ਬੱਚੇ ਹੈਗੇ ਨੇ ਘਰ 'ਚ ਜਾਂ ਸੀਨੀਅਰ ਸਿਟੀਜ਼ਨਸ ਘਰ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੂੰ ਲੋੜ ਆ, ਸੋ ਦੋਜ਼ ਆਰ ਐਲੀਜੀਬਲ ਟੂ ਅਪਲਾਈ। ਜੀ ਕਿੰਨੇ ਕੁ ਟਾਈਮ ਵਿੱਚ ਇਹ ਵੀਜ਼ਾ ਪ੍ਰੋਸੈਸ ਹੋ ਰਿਹਾ? ਵੀਜ਼ਾ ਵੈਸੇ ਤਾਂ ਪਹਿਲਾਂ ਤਾਂ 2-2.5 ਮਹੀਨਿਆਂ ਦੇ ਵਿੱਚ ਫਾਈਲ ਨੰਬਰ ਆ ਜਾਂਦਾ ਸੀਗਾ। ਇਹਦੇ 'ਚ ਕੀ ਹੈ ਪੀਆਰ ਦੇ ਨਾਲ ਤੁਹਾਡਾ ਵਰਕ ਪਰਮਿਟ ਤੈਨੂੰ ਮਿਲਦਾ, ਪਰ ਵਰਕ ਪਰਮਿਟ ਇੰਡੀਵਿਜੂਅਲ ਜਿਹੜਾ ਪ੍ਰਿੰਸੀਪਲ ਐਪਲੀਕੈਂਟ ਉਹਨੂੰ ਤਾਂ ਇੰਪਲਾਇਰ ਸਪੈਸੀਫਿਕ ਮਿਲਦਾ, ਜੇ ਮਤਲਬ ਕਿ ਇੰਪਲਾਇਰ ਦਾ ਨਾਂ ਹੁੰਦਾ, ਬਟ ਜੇ ਉਹ ਮੈਰਿਡ ਨੇ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇ ਉਹ ਵੀ ਨਾਲ ਆ ਜਾਂਦੇ ਨੇ। ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲਦਾ ਤੇ ਬਾਕੀ ਫੈਮਿਲੀ ਵੀ ਨਾਲ ਆ ਜਾਂਦੀ ਹੈ। ਜੀ ਰਾਜੀਵ ਜੀ ਵੀਜ਼ਾ ਕੈਟੇਗਰੀ ਤਾਂ ਹਜੇ ਹੋਰ ਵੀ ਨੇ ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ। ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਚੱਲ ਕੇ ਫਿਰ ਕਿਸੇ ਦਿਨ ਡਿਟੇਲ 'ਚ ਤੁਹਾਡੇ ਨਾਲ ਇਹਨਾਂ ਵੱਖ-ਵੱਖ ਵੀਜ਼ਾ ਤੇ ਗੱਲਬਾਤ ਕਰ ਸਕੀਏ। ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਰੁਪਿੰਦਰ ਜੀ ਐਂਡ ਆਲ ਦਾ ਲਿਸਨਰਸ, ਥੈਂਕ ਯੂ ਸੋ ਮਚ ਜੀ। ਸੋ ਐਸੀ ਸਾਡੀ ਖਾਸ ਗੱਲਬਾਤ ਬਲੂ ਓਸ਼ਨਸ ਇਮੀਗ੍ਰੇਸ਼ਨ ਤੋਂ ਰਾਜੀਵ ਰਾਮਪਾਲ ਜੀ ਦੇ ਨਾਲ। ਉਮੀਦ ਕਰਦੇ ਹਾਂ ਸਾਡੀ ਇਹ ਖਾਸ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਮੁਲਾਕਾਤ ਹੋਏਗੀ ਅਗਲੇ ਹਫਤੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।